मॉर्निंग स्टूडेंट्स। ਅੱਜ ਬੇਟਾ ਆਪਾਂ ਕਰਾਂਗੇ ਆਮਦਨ ਤੇ ਰੁਜ਼ਗਾਰ ਦੇ ਨਿਰਧਾਰਨ ਦਾ ਕੇਨਜ਼ੀਅਨ ਮਾਡਲ ਆਫ ਇਨਕਮ ਐਂਡ ਏਮਪਲੋਇਮੈਂਟ ਡਿਟਰਮੀਨੇਸ਼ਨ। ਫਸਟ ਇਜ਼ ਦੀ ਇੰਟਰੋਡਕਸ਼ਨ ਹੈ। ਇੰਟਰੋਡਕਸ਼ਨ ਦੇ ਵਿੱਚ ਤੁਹਾਨੂੰ ਇਸ ਦਾ ਮੀਨਿੰਗ ਦੱਸਿਆ ਹੋਇਆ ਹੈ, ਮਤਲਬ ਇਹ ਕਿਸ ਨੇ ਦਿੱਤਾ ਹੈ, ਇਹ ਜੇ.ਐਮ. ਕੇਨਜ਼ ਨੇ ਦਿੱਤਾ ਹੋਇਆ ਹੈ। ਠੀਕ ਹੈ, ਜੋ ਜੇ.ਐਮ. ਕੇਨਜ਼ ਹੈ ਉਹ ਜਿਵੇਂ ਆਪਾਂ ਪਿੱਛੇ ਪਰੰਪਰਾਵਾਦੀ ਮਾਡਲ ਪੜ੍ਹੇ ਜਾਂ ਸੇ ਦਾ ਮਾਡਲ ਪੜ੍ਹੇ, ਉਹ ਉਹਨਾਂ ਦੇ ਵਿਚਾਰਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ। ਠੀਕ ਹੈ, ਕਿਉਂਕਿ ਪਿਛਲੇ ਜੋ ਆਪਾਂ ਦੋਨੋਂ ਪਰੰਪਰਾਵਾਦੀ ਮਾਡਲ ਦੇ ਵਿੱਚ ਪੜ੍ਹਿਆ ਹੈ ਵੀ ਜੋ ਪੂਰਤੀ ਆਪਣੀ ਮੰਗ ਦਾ ਆਪ ਨਿਰਮਾਣ ਕਰ ਲੈਂਦੀ ਹੈ। ਠੀਕ ਹੈ, ਮਤਲਬ ਕਹਿੰਦੇ ਇਹ ਸਹੀ ਨਹੀਂ ਹੈ। ਆਪਣੀ ਅਸਲ ਦੇ ਵਿੱਚ ਅਸਲੀ ਰੀਅਲ ਲਾਈਫ ਦੇ ਵਿੱਚ ਇਸ ਟਾਈਪ ਦੇ ਨਾਲ ਬਿਲਕੁਲ ਵੀ ਨਹੀਂ ਹੁੰਦਾ। ਠੀਕ ਹੈ, ਕਹਿੰਦੇ ਅਸਲ ਦੇ ਵਿੱਚ ਜਿਵੇਂ 1929 ਤੇ 33 ਤੱਕ ਦੀ ਮਹਾਮੰਦੀ ਕਾਫੀ ਜ਼ਿਆਦਾ ਚੱਲ ਰਹੀ ਸੀ, ਜਿਹਦੇ ਕਰਕੇ ਇਹ ਬਿਲਕੁਲ ਸਹੀ ਸਾਬਿਤ ਨਹੀਂ ਹੋਇਆ। ਇਹਦੇ ਨਤੀਜੇ ਬਿਲਕੁਲ ਗਲਤ ਨਿਕਲੇ ਨੇ। ਠੀਕ ਹੈ, ਸੋ ਇਸ ਚੀਜ਼ ਨੂੰ ਸਹੀ ਕਰਨ ਦੇ ਲਈ ਜੇ.ਐਮ. ਕੇਨਜ਼ ਨੇ ਇੱਕ ਸਿਧਾਂਤ ਦਿੱਤਾ ਹੈ। ਠੀਕ ਹੈ, ਜਿਹਨੂੰ ਕਹਿੰਦੇ ਸਧਾਰਨ ਸਿਧਾਂਤ ਦੇ ਵਿੱਚ ਆਪਣੇ ਕੁਝ ਇਸ ਦੇ ਸੁਝਾਅ ਦਿੱਤੇ ਨੇ ਵੀ ਇਸ ਨੂੰ ਕਿਵੇਂ ਸਹੀ ਕਰਨਾ ਚਾਹੀਦਾ। ਕਹਿੰਦੇ ਜਿਵੇਂ ਹੁਣ ਪ੍ਰਭਾਵਪੂਰਨ ਮੰਗ ਪੱਧਰ ਹੈ, ਜਿੱਥੇ ਆਪਾਂ ਕਹਿ ਦਿੰਦੇ ਕੇਨਜ਼ ਦੇ ਅਕੋਰਡਿੰਗ ਵੀ ਜਿੱਥੇ ਕੁੱਲ ਮੰਗ ਕੁੱਲ ਪੂਰਤੀ ਬਰਾਬਰ ਹੁੰਦੀ ਹੈ। ਕਹਿੰਦੇ ਅਰਥ ਵਿਵਸਥਾ ਵਿੱਚ ਕੁੱਲ ਮੰਗ, ਉਪਭੋਗ, ਨਿਵੇਸ਼, ਸਰਕਾਰੀ ਖਰਚ, ਠੀਕ ਹੈ, ਇਹ ਸਾਰਿਆਂ ਦਾ ਮਤਲਬ ਸੰਸਾਰ ਦੀ ਮੰਗ ਦਾ ਕੁੱਲ ਜੋੜ ਹੈ। ਕਿਉਂਕਿ ਆਪਾਂ ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ C+I ਲੈਂਦੇ ਹਾਂ। ਬਟ ਕਹਿੰਦੇ ਕੁੱਲ ਮੰਗ ਦੇ ਵਿੱਚ ਜਿਹੜੇ ਹੋਰ ਕੁਛ ਇਹਦੇ ਕੰਪੋਨੈਂਟਸ ਨੇ ਉਹ ਵੀ ਇਸ ਨੂੰ ਪ੍ਰਭਾਵਿਤ ਕਰਦੇ ਨੇ। ਜਿਵੇਂ ਉਪਭੋਗਤਾ ਦੀ ਮੰਗ ਕਹਿੰਦੇ ਆਮਦਨ 'ਤੇ ਨਿਰਭਰ ਕਰਦੀ ਹੈ, ਨਿਵੇਸ਼ ਵਿਆਜ ਦੀ ਦਰ ਅਤੇ ਪੂੰਜੀ ਦੀ ਸੀਮਾਤ ਕੁਸ਼ਲਤਾ ਤੋਂ ਪ੍ਰਭਾਵਿਤ ਹੁੰਦੀ ਹੈ। ਸੋ ਕਹਿੰਦੇ ਕੁੱਲ ਮੰਗ ਦੇ ਇਹਨਾਂ ਸਾਰੇ ਜੋ ਕੰਪੋਨੈਂਟਸ ਨੇ ਆਪਣੇ ਕੋਲ ਘਟਕ ਨੇ, ਇਹਨਾਂ ਨੂੰ ਕਹਿੰਦੇ ਆਪਾਂ ਅਗਲੇ ਲੈਸਨ ਦੇ ਵਿੱਚ ਸਾਰਾ ਡਿਸਕਸ ਕਰ ਹੀ ਰਹੇ ਹਾਂ। ਸੋ ਬਟ ਕਹਿੰਦੇ ਐਕਚੁਅਲ ਦੇ ਵਿੱਚ ਕੇਨਜ਼ ਦੇ ਅਕੋਰਡਿੰਗ ਉਹਨਾਂ ਨੇ ਕੀ ਮੰਨਿਆ ਹੈ ਵੀ ਜੋ ਸੰਤੁਲਿਤ ਆਮਦਨ ਅਤੇ ਰੁਜ਼ਗਾਰ ਦਾ ਨਿਰਧਾਰਨ ਹੈ ਕੇਨਜ਼ੀਅਨ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਹੈ। ਕਹਿੰਦੇ ਇੱਕ ਦੋ ਖੇਤਰੀ ਅਰਥ ਵਿਵਸਥਾ ਦੇ ਵਿੱਚ ਘਰੇਲੂ ਖੇਤਰ ਅਤੇ ਉਤਪਾਦਨ ਖੇਤਰ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸੋ ਕਹਿੰਦੇ ਕੇਨਜ਼ ਦੇ ਇਸ ਦੋ ਖੇਤਰੀ ਮਾਡਲ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਮੰਗ ਪਰਿਵਰਤਨ ਦੇ ਨਾਲ ਉਤਪਾਦਕਾਂ ਨੂੰ ਪੂਰਨ ਰੂਪ 'ਚ ਲੋਚਦਾਰ ਮੰਨਿਆ ਹੈ। ਮਤਲਬ ਅਗਰ ਆਪਾਂ ਨੇ ਸੰਤੁਲਨ ਦੀ ਅਵਸਥਾ ਲਿਆਉਣੀ ਹੈ ਤਾਂ ਆਪਾਂ ਨੂੰ ਮੰਗ ਦੇ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ। ਸੋ ਕਹਿੰਦੇ ਕੀਮਤ ਪੱਧਰ, ਕਿਰਤ ਦੀ ਉਤਪਾਦਕਤਾ ਅਤੇ ਉਤਪਾਦਨ ਤਕਨੀਕ ਨੂੰ ਸਥਿਰ ਮੰਨਿਆ ਗਿਆ। ਸੋ ਇਹਨਾਂ ਮਾਨਤਾਵਾਂ ਦੇ ਸਵਰੂਪ ਦੇ ਕਰਕੇ ਕੇਨਜ਼ ਦੇ ਇਸ ਮਾਡਲ ਨੂੰ ਆਮਦਨ ਅਤੇ ਉਤਪਾਦਨ ਦੇ ਸੰਤੁਲਨ ਪੱਧਰ ਦਾ ਅਲਪਕਾਲੀਨ ਵਿਸ਼ਲੇਸ਼ਣ ਮੰਨਿਆ। ਠੀਕ ਹੈ, ਕਹਿਣ ਦਾ ਮਤਲਬ ਵੀ ਅਲਪਕਾਲ ਦੇ ਵਿੱਚ ਲਾਗੂ ਹੋ ਰਿਹਾ ਹੈ। ਇਸ ਦਾ ਕੁਝ ਕੇਨਜ਼ ਦੇ ਰੁਜ਼ਗਾਰ ਮਾਡਲ ਦਾ ਅਵਲੋਕਨ ਹੈ, ਕੁਝ ਓਵਰਵਿਊ ਜਿਹਾ ਦਿੱਤਾ ਹੋਇਆ ਹੈ, ਮਤਲਬ ਜਿਹੜਾ ਆਪਾਂ ਪੂਰੇ ਚੈਪਟਰ ਦੇ ਵਿੱਚ ਪੜ੍ਹਾਂਗੇ। ਇਹ ਜੋ ਓਵਰਵਿਊ ਦਿੱਤਾ ਇਹਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੈ ਵੀ ਕਹਿੰਦੇ ਜੋ ਕੇਨਜ਼ੀਅਨ ਦਾ ਮਾਡਲ ਹੈ ਇਹ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਅਲਪਕਾਲ ਦੇ ਵਿੱਚ ਰਾਸ਼ਟਰੀ ਆਮਦਨ ਰੁਜ਼ਗਾਰ ਦੇ ਪੱਧਰ 'ਤੇ ਨਿਰਭਰ ਕਰਦਾ ਹੈ। ਕਹਿੰਦੇ ਕਿਉਂਕਿ ਅਲਪਕਾਲ ਦੇ ਵਿੱਚ ਜੋ ਪੂੰਜੀ ਹੈ, ਤਕਨੀਕ ਹੈ, ਸਾਰਾ ਕੁਝ ਸਥਿਰ ਰਹਿੰਦਾ ਹੈ ਅਤੇ ਰੁਜ਼ਗਾਰ ਦਾ ਪੱਧਰ ਹੈ ਉਹ ਪ੍ਰਭਾਵਪੂਰਨ ਮੰਗ 'ਤੇ ਨਿਰਭਰ ਕਰਦਾ ਹੈ। ਪ੍ਰਭਾਵਪੂਰਨ ਮੰਗ ਤੋਂ ਭਾਵ ਕੁੱਲ ਮੰਗ ਅਤੇ ਕੁੱਲ ਪੂਰਤੀ ਦੇ ਵਿੱਚ ਸੰਤੁਲਨ ਤੋਂ ਹੈ। ਸੋ ਕੁੱਲ ਮੰਗ ਦਾ ਕਹਿੰਦੇ ਉਹ ਪੱਧਰ ਜਿਸ 'ਤੇ ਕੁੱਲ ਪੂਰਤੀ ਬਰਾਬਰ ਹੁੰਦੀ ਉਹਨੂੰ ਪ੍ਰਭਾਵਪੂਰਨ ਮੰਗ ਕਿਹਾ ਜਾਂਦਾ। ਇਹ ਸਾਰਾ ਕੁਝ ਆਪਾਂ ਇਹ ਮਾਡਲ ਦੇ ਵਿੱਚ ਸ਼ੋਅ ਕਰ ਰਹੇ ਹਾਂ। ਸਭ ਤੋਂ ਪਹਿਲਾਂ ਰਾਸ਼ਟਰੀ ਆਮਦਨ ਹੈ ਉਹ ਰੁਜ਼ਗਾਰ ਦੇ ਪੱਧਰ ਦੇ ਉੱਪਰ ਨਿਰਭਰ ਕਰਦੀ ਹੈ। ਰੁਜ਼ਗਾਰ ਦਾ ਪੱਧਰ ਪ੍ਰਭਾਵਪੂਰਨ ਮੰਗ ਦੇ ਉੱਪਰ ਡਿਪੈਂਡ ਕਰਦਾ ਹੈ। ਠੀਕ ਹੈ, ਪ੍ਰਭਾਵਪੂਰਨ ਮੰਗ ਆਪਾਂ ਕਿਹਨੂੰ ਕਹਿੰਦੇ ਜਿੱਥੇ ਕੁੱਲ ਮੰਗ ਕੁੱਲ ਪੂਰਤੀ ਦੇ ਬਰਾਬਰ ਹੁੰਦੇ ਆ, ਜਿਹਦੇ ਕਰਕੇ ਇਹਦੇ ਦੋ ਕੰਪੋਨੈਂਟ ਹੋ ਗਏ, ਕੁੱਲ ਮੰਗ ਅਤੇ ਕੁੱਲ ਪੂਰਤੀ। ਕੁੱਲ ਮੰਗ ਦੇ ਅੱਗੇ ਆਪਾਂ ਆਪਣੇ ਕੋਲ ਦੋ ਕੰਪੋਨੈਂਟ ਨੇ, ਕੰਜ਼ੰਪਸ਼ਨ ਮਤਲਬ ਉਪਭੋਗ ਅਤੇ ਇਨਵੈਸਟਮੈਂਟ, ਕਹਿਣ ਦਾ ਮਤਲਬ ਪਲੱਸ I। ਠੀਕ ਹੈ, ਨਿਵੇਸ਼। ਸੋ ਕੁੱਲ ਮੰਗ ਦਾ ਆਪਣੇ ਕੋਲ ਜੋ ਕੰਪੋਨੈਂਟਸ ਹੈ ਉਹ ਕੀ ਹੁੰਦੇ, AD ਇਜ਼ ਇਕੁਅਲ ਟੂ C+I। ਠੀਕ ਹੈ, ਬਟ ਕੁੱਲ ਪੂਰਤੀ ਦੇ ਆਪਣੇ ਕੋਲ ਕਿਹੜੇ ਕੰਪੋਨੈਂਟ ਨੇ, ਉਤਪਾਦਨ ਲਾਗਤ ਅਤੇ ਲਾਭ ਦਾ ਪੱਧਰ। ਮਤਲਬ ਕੁੱਲ ਪੂਰਤੀ ਇਹਨਾਂ ਦੋਨਾਂ ਗੱਲਾਂ ਦੇ ਉੱਪਰ ਡਿਪੈਂਡ ਕਰਦੀ ਹੈ ਵੀ ਉਤਪਾਦਨ ਦੀ ਲਾਗਤ ਕੀ ਹੋਊਗੀ ਅਤੇ ਲਾਭ ਦਾ ਪੱਧਰ ਕੀ ਹੋਊਗਾ। ਅੱਗੇ ਉਪਭੋਗ ਹੈ। ਉਪਭੋਗ ਹੈ ਜੋ ਆਪਣੇ ਕੋਲ ਉਪਭੋਗ ਹੈ, ਉਪਭੋਗ ਪ੍ਰਵਿਰਤੀ ਅਤੇ ਰਾਸ਼ਟਰੀ ਆਮਦਨ ਦੇ ਉੱਪਰ ਡਿਪੈਂਡ ਕਰਦਾ। ਉਪਭੋਗ ਪ੍ਰਵਿਰਤੀ ਹੈ ਇਹ ਅੱਗੇ ਆਪਣੇ ਕੋਲ 2 ਟਾਈਪਸ ਦੀ ਹੁੰਦੀ ਹੈ, APC ਔਰ MPC। APC ਦਾ ਆਪਣੇ ਕੋਲ ਫਾਰਮੂਲਾ ਕੀ ਹੁੰਦਾ, C/Y। MPC ਦਾ ਡੈਲਟਾ C/Δy। ਠੀਕ ਹੈ ਨਾ ਜੀ, ਜੋ ਇਹਦੇ ਦੋ ਇਹ ਕੰਪੋਨੈਂਟ ਬਣਾਏ ਹੋਏ ਨੇ APC ਅਤੇ MPC, ਇਹ ਤੁਸੀਂ ਡਾਇਗਰਾਮ ਦੇ ਵਿੱਚ ਬਣਾਉਣੇ ਆ। ਠੀਕ ਹੈ, ਅੱਗੇ ਆਪਣੇ ਕੋਲ ਰਾਸ਼ਟਰੀ ਆਮਦਨ ਦਾ ਆਕਾਰ ਹੈ ਜੋ ਸੈਕਿੰਡ ਪੁਆਇੰਟ ਉਪਭੋਗ ਦਾ ਮਤਲਬ ਉਪਭੋਗ ਹੈ ਰਾਸ਼ਟਰੀ ਆਮਦਨ ਦੇ ਆਕਾਰ ਦੇ ਉੱਪਰ ਵੀ ਡਿਪੈਂਡ ਕਰਦੀ ਹੈ। ਅਗਰ ਆਪਣੇ ਕੋਲ ਆਮਦਨ ਦਾ ਆਕਾਰ ਜ਼ਿਆਦਾ ਹੋਊਗਾ ਤਾਂ ਉਪਭੋਗ ਜ਼ਿਆਦਾ ਹੋਊਗਾ, ਅਗਰ ਆਮਦਨ ਦਾ ਆਕਾਰ ਘੱਟ ਹੈ ਤਾਂ ਉਪਭੋਗ ਵੀ ਘੱਟ ਹੋਊਗਾ।
ਹੁਣ ਜਿਹੜਾ ਨਿਵੇਸ਼ ਹੈ ਇਹਦੇ ਅੱਗੇ ਦੋ ਕੰਪੋਨੈਂਟ ਨੇ, ਪੂੰਜੀ ਦੀ ਸੀਮਾਂਤ ਉਤਪਾਦਕਤਾ ਤੇ ਵਿਆਜ ਦੀ ਦਰ। ਠੀਕ ਹੈ, ਹੁਣ ਪੂੰਜੀ ਦੀ ਜੋ ਸੀਮਾਂਤ ਉਤਪਾਦਕਤਾ ਹੈ, ਠੀਕ ਹੈ, ਇਹ ਆਪਣੇ ਕੋਲੇ ਹੁਣ ਕੀ ਹੁੰਦੀ ਹੈ ਪੂੰਜੀ ਦੀ ਸੀਮਾਂਤ ਉਤਪਾਦਕਤਾ। ਵੈਸੇ ਸਭ ਤੋਂ ਪਹਿਲਾਂ ਆਪਾਂ ਨੂੰ ਨਿਵੇਸ਼ ਦਾ ਮੀਨਿੰਗ ਲੈਣਾ ਚਾਹੀਦਾ ਹੈ। ਕਹਿੰਦੇ ਨਿਵੇਸ਼ ਹੈ ਜੋ ਆਪਣੇ ਕੋਲ ਕੀ ਹੁੰਦਾ ਹੈ, ਜੋ ਕਹਿੰਦੇ ਪੂੰਜੀਗਤ ਵਸਤੂ ਦੇ 'ਤੇ ਕੀਤਾ ਹੋਇਆ ਖਰਚ ਨੂੰ ਆਪਾਂ ਨਿਵੇਸ਼ ਕਹਿੰਦੇ ਹਾਂ। ਠੀਕ ਹੈ, ਪੂੰਜੀਗਤ ਪਰ ਸੰਪੱਤੀਆਂ ਦੇ ਸਟਾਕ ਦੇ ਵਿੱਚ ਵਾਧਾ, ਇਨਕਰੀਜ਼ ਇਨ ਕੈਪੀਟਲ ਸਟਾਕ ਆਫ ਫਿਕਸ ਐਸਟਸ, ਜਿਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਇਨਵੈਸਟਮੈਂਟ ਬੋਲਦੇ ਹਾਂ। ਇਨਵੈਸਟਮੈਂਟ ਦੇ ਅੱਗੇ ਦੋ ਕੰਪੋਨੈਂਟ ਨੇ, ਦੋ ਫੈਕਟਰਸ ਨੇ, ਰੇਟ ਆਫ ਇੰਟਰਸਟ ਮਤਲਬ ਵਿਆਜ ਦੀ ਦਰ ਤੇ ਪੂੰਜੀ ਦੀ ਸੀਮਾਂਤ ਉਤਪਾਦਕਤਾ। ਠੀਕ ਹੈ, ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਰੇਟ ਆਫ ਇੰਟਰਸਟ ਹੈ, ਵਿਆਜ ਦੀ ਦਰ ਹੈ। ਹੁਣ ਕਹਿੰਦੇ ਵਿਆਜ ਦੀ ਦਰ ਘੱਟ ਹੋਣ ਦੇ ਨਾਲ ਆਪਣੇ ਕੋਲ ਨਿਵੇਸ਼ ਵੱਧ ਜਾਂਦਾ ਹੈ ਤੇ ਵਿਆਜ ਦੀ ਦਰ ਵੱਧ ਹੋਣ ਦੇ ਨਾਲ ਨਿਵੇਸ਼ ਘੱਟ ਜਾਂਦਾ ਹੈ। ਮਤਲਬ ਵਿਆਜ ਦੀ ਦਰ ਤੇ ਨਿਵੇਸ਼ ਦਾ ਉਲਟ ਸੰਬੰਧ ਪਾਇਆ ਜਾਂਦਾ ਹੈ। ਬਟ ਜੋ ਪੂੰਜੀ ਦੀ ਸੀਮਾਂਤ ਕੁਸ਼ਲਤਾ ਹੈ ਉਹਦੇ ਵਿੱਚ ਆਪਣੇ ਕੋਲ ਕੀ ਹੈ, ਪੂੰਜੀ ਦੀ ਸੀਮਾਂਤ ਕੁਸ਼ਲਤਾ ਤੋਂ ਕਹਿੰਦੇ ਭਾਵ ਹੁੰਦਾ ਲਾਭ ਦੀ ਦਰ ਤੋਂ। ਮਤਲਬ ਪੂੰਜੀ ਦੀ ਇੱਕ ਵਾਧੇ ਇਕਾਈ ਲਗਾਉਣ ਦੇ ਨਾਲ ਜਿਹੜਾ ਲਾਭ ਦੇ ਵਿੱਚ ਵਾਧਾ ਹੁੰਦਾ ਉਹਨੂੰ ਪੂੰਜੀ ਦੀ ਸੀਮਾਂਤ ਉਤਪਾਦਕਤਾ ਬੋਲਦੇ ਹਾਂ। ਅੱਗੇ ਇਹਦੇ ਦੋ ਤੱਤ ਨੇ ਕਿਹੜੇ ਕਿਹੜੇ, ਪ੍ਰਸਪੈਕਟਿਵ ਯੀਲਡ ਮਤਲਬ ਅਨੁਮਾਨਿਤ ਆਮਦਨ, ਠੀਕ ਹੈ, ਤੇ ਪੂਰਤੀ ਕੀਮਤ ਸਪਲਾਈ ਪ੍ਰਾਈਸ। ਅਨੁਮਾਨਿਤ ਆਮਦਨ ਕਿਹੜੀ ਹੁੰਦੀ, ਜਿਹੜਾ ਮਤਲਬ ਆਪਾਂ ਨੂੰ ਕੁੱਲ ਕਿਸੇ ਅਗਰ ਆਪਾਂ ਕੋਈ ਮਸ਼ੀਨਰੀ ਲਗਾ ਲਿਆ ਤਾਂ ਉਹਦੇ ਲਾਈਫ ਟਾਈਮ ਦੇ ਵਿੱਚ ਆਪਾਂ ਨੂੰ ਕਿੰਨੀ ਆਮਦਨ ਹੋਣ ਦੀ ਸੰਭਾਵਨਾ ਹੈ। ਮਤਲਬ ਆਪਾਂ ਨੂੰ 2 ਸਾਲ 3 ਸਾਲ 4 ਸਾਲ ਯੂਜ਼ ਕੀਤਾ ਤਾਂ ਉਸ ਤੋਂ ਬਾਅਦ ਆਪਾਂ ਨੂੰ ਕਿੰਨਾ ਪ੍ਰੋਫਿਟ ਹੋਇਆ। ਜੋ ਪੂਰਤੀ ਕੀਮਤ ਹੈ ਉਹ ਹੁੰਦਾ ਆਪਣੇ ਕੋਲੇ ਵੀ ਕਿਸੇ ਮਸ਼ੀਨ ਦੀ ਉਸ ਕੀਮਤ ਹੁੰਦਾ ਹੈ ਜਿਹੜੀ ਉਸੇ ਤਰ੍ਹਾਂ ਦੀ ਇੱਕ ਨਵੀਂ ਮਸ਼ੀਨ ਵਾਸਤੇ ਆਪਾਂ ਨੂੰ ਦੇਣੀ ਪਊਗੀ, ਜਿਹਨੂੰ ਆਪਾਂ ਪੂਰਤੀ ਕੀਮਤ ਕਹਿੰਦੇ ਹਾਂ। ਠੀਕ ਹੈ, ਆਪਣੇ ਕੋਲ ਅੱਗੇ ਮਤਲਬ ਲੈਸਨਸ ਦੇ ਵਿੱਚ ਇਸ ਦੀ ਸਾਰੀ ਡਿਟੇਲ ਆ ਰਹੀ ਹੈ, ਉਹਦਾ ਆਪਾਂ ਫੇਰ ਪੜਾਂਗੇ ਦੁਬਾਰਾ ਤੋਂ। ਠੀਕ ਹੈ, ਬਟ ਜੋ ਆਪਾਂ ਵਿਆਜ ਦਰ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਦੱਸੀ ਹੋਈ ਹੈ ਵੀ ਮੁਦਰਾ ਦੀ ਮੰਗ ਹੈ ਜੋ ਆਪਾਂ ਤਰਲਤਾ ਤਰਜੀਹ ਦੇ ਲਈ ਕਰਦੇ ਹਾਂ, ਲਿਕੁਇਡਿਟੀ ਪ੍ਰੈਫਰੈਂਸ ਵਾਸਤੇ। ਪਰ ਲਿਕੁਇਡਿਟੀ ਪ੍ਰੈਫਰੈਂਸ ਹੈ ਆਪਾਂ ਤਿੰਨੋਂ ਦੇਸ਼ਾਂ ਲਈ ਕਰਦੇ ਹਾਂ, ਮਤਲਬ ਮੁਦਰਾ ਦੀ ਮੰਗ ਹੈ ਆਪਾਂ ਤਿੰਨੋਂ ਦੇਸ਼ਾਂ ਦੇ ਲਈ ਕਰਦੇ ਹਾਂ। ਇੱਕ ਤਾਂ ਆਪਣੇ ਕੋਲੇ ਕਾਰੋਬਾਰੀ ਉਦੇਸ਼ ਟ੍ਰਾਂਜੈਕਸ਼ਨ ਮੋਟਿਵ, ਸੈਕਿੰਡ ਆਪਣੇ ਕੋਲੇ ਜੋ ਹੈ ਸਾਵਧਾਨੀ ਉਦੇਸ਼ ਪ੍ਰੀਕੌਸ਼ਨਰੀ ਮੋਟਿਵ, ਸੈਕਿੰਡ ਹੈ ਥਰਡ ਹੈ ਸੱਟਾ ਉਦੇਸ਼ ਸਪੈਕੂਲੇਟਿਵ ਮੋਟਿਵ। ਠੀਕ ਹੈ, ਆ ਤੁਹਾਨੂੰ ਲਾਸਟ ਦੇ ਵਿੱਚ ਦਿੱਤਾ ਹੋਇਆ ਸਾਰਾ। ਵਿਆਜ ਦੀ ਦਰ ਹੈ ਕਹਿੰਦੇ ਮੁਦਰਾ ਦੀ ਪੂਰਤੀ ਤੇ ਤਰਲਤਾ ਦੀ ਮਾਨ ਦਿੱਤੇ ਹੋਏ ਨੇ ਦੋ ਟੌਪਿਕ, ਜਿਹਦੇ ਵਿੱਚ ਮੁਦਰਾ ਦੀ ਜੋ ਪੂਰਤੀ ਹੈ, ਠੀਕ ਹੈ, ਉਹਦਾ ਮਤਲਬ ਹੁੰਦਾ ਵੀ ਆਪਣੇ ਕੋਲੇ ਮਨੀ ਦਾ ਸਟਾਕ ਕਿੰਨਾ ਕੁ ਹੈ। ਬਟ ਤਰਲਤਾ ਦੀ ਮਾਨ ਦਾ ਮਤਲਬ ਕੀ ਹੁੰਦਾ ਵੀ ਆਪਾਂ ਜੋ ਮੁਦਰਾ ਦੀ ਮੰਗ ਕਰ ਰਹੇ ਹਾਂ ਉਹ ਤਿੰਨੋਂ ਦੇਸ਼ਾਂ ਦੇ ਲਈ ਕਰ ਰਹੇ ਹੁੰਦੇ ਆ। ਇਹਦੇ ਤਿੰਨੋਂ ਦੇਸ਼ ਲਿਖੇ ਹੋਏ ਨੇ, ਤਿੰਨ ਟਾਈਪਸ ਨਹੀਂ ਹੈਗੀਆਂ ਤਰਲਤਾ ਦੀ ਮਾਨ ਦੀਆਂ, ਲਿਕੁਇਡਿਟੀ ਪ੍ਰੈਫਰੈਂਸ ਦੀਆਂ। ਇੱਕ ਤਾਂ ਆਪਣੇ ਕੋਲ ਲੈਣ ਦੇਣ ਉਦੇਸ਼ ਜਿਹਨੂੰ ਆਪਾਂ ਟ੍ਰਾਂਜੈਕਸ਼ਨ ਮੋਟਿਵ ਕਹਿੰਦੇ ਹਾਂ, ਸੈਕਿੰਡ ਸਾਵਧਾਨੀ ਉਦੇਸ਼ ਜਿਹਨੂੰ ਆਪਾਂ ਪ੍ਰੀਕੌਸ਼ਨਰੀ ਮੋਟਿਵ ਬੋਲਦੇ ਹਾਂ, ਥਰਡ ਆਪਣੇ ਕੋਲ ਸੱਟਾ ਉਦੇਸ਼ ਹੈ ਸਪੈਕੂਲੇਟਿਵ ਮੋਟਿਵ। ਠੀਕ ਹੈ, ਹੁਣ ਜੋ ਲੈਣ ਦੇਣ ਉਦੇਸ਼ ਹੈ ਇਹ ਲਿਖਿਆ ਹੋਇਆ ਤੁਹਾਡੇ ਕੋਲ ਫੰਕਸ਼ਨ ਆਫ ਵਾਈ, ਮਤਲਬ ਇਹ ਇਨਕਮ ਦੇ ਉੱਪਰ ਡਿਪੈਂਡ ਕਰਦਾ ਹੈ। ਸਾਵਧਾਨੀ ਉਦੇਸ਼ ਹੈ ਇਹ ਵੀ ਇਨਕਮ ਦੇ ਉੱਪਰ ਡਿਪੈਂਡ ਕਰਦਾ ਹੈ। ਬਟ ਜੋ ਸੱਟਾ ਉਦੇਸ਼ ਹੈ ਸਪੈਕੂਲੇਟਿਵ ਮੋਟਿਵ ਹੈ ਇਹ ਆਪਣੇ ਕੋਲ ਰੇਟ ਆਫ ਇੰਟਰਸਟ ਦੇ ਉੱਪਰ ਡਿਪੈਂਡ ਕਰਦਾ ਹੈ, ਜਿਹਦੇ ਕਰਕੇ LS ਇਜ਼ ਇਕੁਅਲ ਟੂ ਫੰਕਸ਼ਨ ਆਫ R ਲਿਖਿਆ ਹੋਇਆ। ਠੀਕ ਹੈ ਰਾਜੀ, ਜੋ ਰਾਜੀ ਸਾਰਾ ਇਹ ਮਾਡਲ ਬਣਾਇਆ ਹੋਇਆ ਹੈ ਇਹ ਤੁਸੀਂ ਜਿਵੇਂ ਵੀ ਆਪਣੇ ਕੋਲ ਮਤਲਬ ਇਹਨਾਂ ਦੇ ਪੁਆਇੰਟਸ ਲਿਖੇ ਹੋਏ ਨੇ ਇਸੇ ਟਾਈਪ ਨਾਲ ਤੁਹਾਨੂੰ ਆਹ ਡਿਟੇਲ ਸਾਰੀ ਦਿੱਤੀ ਹੋਈ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਬੋਲ ਕੇ ਸਮਝਾ ਰਹੀ ਸੀ ਸਾਰੀ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਇਕੱਲੇ ਅੱਖਰ ਸਮਝਾਇਆ ਹੋਇਆ, ਜਿਹਨੂੰ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ। ਠੀਕ ਹੈ, ਆਪਾਂ ਇਹ ਸਾਰਾ ਪੜ੍ਹ ਚੁੱਕੇ ਹਾਂ, ਇੱਥੋਂ ਤੱਕ ਪੜ੍ਹ ਚੁੱਕੇ ਹਾਂ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਤੱਕ। ਠੀਕ ਹੈ, ਇੱਥੋਂ ਤੱਕ ਤੁਸੀਂ ਇੱਕ ਵਾਰੀ ਰੀਡ ਕਰ ਲਿਓ ਆਪਣੀ ਬੁੱਕ ਦੇ ਵਿੱਚ। ਉਸ ਤੋਂ ਨੈਕਸਟ ਆ ਜਾਂਦੇ ਆਪਣੇ ਕੋਲ ਅਜ਼ੰਪਸ਼ਨਸ, ਕੇਨਜ਼ੀਅਨ ਮਾਡਲ ਦੀਆਂ ਅਜ਼ੰਪਸ਼ਨ ਕੀ ਨੇ, ਇਹਦੀਆਂ ਮਾਨਤਾਵਾਂ ਕੀ ਨੇ। ਫਸਟ ਕੀ ਹੈ, ਕਹਿੰਦੇ ਕੇਨਜ਼ੀਅਨ ਦਾ ਜੋ ਮਾਡਲ ਹੈ ਉਹ ਅਲਪਕਾਲ ਦੇ ਵਿੱਚ ਲਾਗੂ ਹੁੰਦਾ ਹੈ। ਸੈਕਿੰਡ ਹੈ ਪੂਰਨ ਮੁਕਾਬਲਾ ਪਾਇਆ ਜਾਂਦਾ ਅਰਥ ਵਿਵਸਥਾ ਦੇ ਵਿੱਚ। ਥਰਡ ਹੈ ਬੰਦ ਅਰਥ ਵਿਵਸਥਾ ਪਾਈ ਜਾਂਦੀ ਹੈ, ਮਤਲਬ ਬਾਹਰਲੇ ਦੇਸ਼ਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਫੋਰਥ ਹੈ ਜੀ ਆਪਣੇ ਕੋਲ ਸਿਰਫ ਕਿਰਤ ਹੀ ਉਤਪਾਦਨ ਦਾ ਘਟਦਾ ਵੱਧਦਾ ਸਾਧਨ ਹੈ, ਮਤਲਬ ਸਿਰਫ ਲੇਬਰ ਹੈ ਜੋ ਆਪਣੇ ਕੋਲ ਵੇਰੀਏਬਲ ਫੈਕਟਰ ਲੈ ਰਹੇ ਆਪਾਂ ਪ੍ਰੋਡਕਸ਼ਨ ਦੇ ਲਈ। ਫਿਫਥ ਹੈ ਆਪਣੇ ਕੋਲ ਜੋ ਟੈਕਨੋਲੋਜੀ ਹੈ ਉਹ ਕੀ ਆਪਣੇ ਕੋਲ ਕੌਨਸਟੈਂਟ ਹੈ, ਮਤਲਬ ਜੋ ਇੱਕ ਵਾਰੀ ਆਪਾਂ ਟੈਕਨੋਲੋਜੀ ਲੈ ਲਈ ਅਲਪਕਾਲ ਦੇ ਵਿੱਚ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਸਿਕਸਥ ਆਪਣੇ ਕੋਲ ਕੀ ਹੈ ਮੁਦਰਾ ਭੁਲੇਖਾ ਮਨੀ ਇਲੂਸ਼ਨ, ਕਹਿਣ ਦਾ ਮਤਲਬ ਕੀ ਹੈ ਵੀ ਜੋ ਮਨੀ ਹੈ ਜੋ ਆਪਣੇ ਕੋਲ ਮੁਦਰਾ ਲੈ ਰਹੇ ਆ, ਠੀਕ ਹੈ, ਉਹਦੇ ਵਿੱਚ ਕੀ ਹੈ ਮੁਦਰਾ ਦਾ ਮੁੱਲ ਤਾਂ ਹੈਗਾ ਸਥਿਰ,
ਠੀਕ ਹੈ, ਉਹਦਾ ਚਾਹੇ ਮੌਦਰਿਕ ਮਜ਼ਦੂਰੀ ਦਾ ਮੁੱਲ ਵੱਧ ਜੇ ਚਾਹੇ ਘੱਟ ਜੇ, ਠੀਕ ਹੈ, ਕਹਿੰਦੇ ਤਾਂ ਅਸਲ ਮਜ਼ਦੂਰੀ ਵੀ ਉਸੇ ਟਾਈਪ ਦੇ ਨਾਲ ਵੱਧ ਜੂਗੀ। ਸੋ ਇਹਦੇ ਵਿੱਚ ਮਤਲਬ ਮੁਦਰਾ ਦੀ ਜੋ ਮਜ਼ਦੂਰੀ ਦੀ ਕੀਮਤਾਂ ਦੇ ਵਿੱਚ ਹੋਣ ਵਾਲੇ ਪਰਿਵਰਤਨ ਦੇ ਪ੍ਰਭਾਵ ਨੂੰ ਆਪਾਂ ਅਵਹੇਲਨਾ ਕਰ ਰਹੇ ਹਾਂ। ਇਹਦੀ ਮਤਲਬ ਇਹਦਾ ਆਪਾਂ ਕੋਈ ਵੀ ਇਫੈਕਟ ਜਿਹੜਾ ਸ਼ੋਅ ਨਹੀਂ ਕਰ ਰਹੇ। ਅੱਗੇ 7th ਹੈ ਬੱਚਤ ਤੇ ਨਿਵੇਸ਼ ਫਲਨ, ਸੇਵਿੰਗ ਐਂਡ ਇਨਵੈਸਟਮੈਂਟ ਫੰਕਸ਼ਨ। ਕਹਿੰਦੇ ਕੇਨਸ ਤੋਂ ਪਹਿਲਾਂ ਪਰੰਪਰਾਵਾਦੀ ਅਰਥਸ਼ਾਸਤਰੀਆਂ ਦੀ ਇਹ ਵੀ ਮਾਨਤਾ ਰਹੀ ਹੈ ਵੀ ਬੱਚਤ ਦੇ ਨਾਲ ਨਾਲ ਨਿਵੇਸ਼ ਵੀ ਵਿਆਜ ਦੀ ਦਰ ਦਾ ਇੱਕ ਫਲਨ ਹੈ। ਕਹਿਣ ਦਾ ਮਤਲਬ ਬੱਚਤ ਆਮਦਨ ਦੇ ਪੱਧਰ 'ਤੇ ਨਿਰਭਰ ਕਰਦੀ ਹੈ ਅਤੇ ਨਿਵੇਸ਼ ਹੈ, ਠੀਕ ਹੈ, ਨਿਵੇਸ਼ ਕਹਿੰਦੇ ਮੂਲ ਰੂਪ ਨਾਲ ਨਿਵੇਸ਼ ਤੋਂ ਹੀ ਪ੍ਰਾਪਤ ਅਨੁਮਾਨਿਤ ਪ੍ਰਤੀਫਲ ਭਾਵ ਪੂੰਜੀ ਦੀ ਸੀਮਾਤ ਉਤਪਾਦਕਤਾ 'ਤੇ ਨਿਰਭਰ ਕਰਦੇ ਆ। 8ਵਾਂ ਪੁਆਇੰਟ ਹੈ ਜੀ ਮੁੱਲ ਦੇ ਭੰਡਾਰ ਦੇ ਰੂਪ ਦੇ ਵਿੱਚ ਮੁਦਰਾ, ਮਨੀ ਇਜ਼ ਏ ਸਟੋਰ ਆਫ ਵੈਲਿਊ। ਕਹਿੰਦੇ ਕੇਨਸ ਦੇ ਅਕੋਰਡਿੰਗ ਮੁਦਰਾ ਸਿਰਫ ਵਟਾਂਦਰੇ ਦਾ ਮਾਧਿਅਮ ਦਾ ਕੰਮ ਨਹੀਂ ਕਰਦੀ, ਸਗੋਂ ਮੁੱਲ ਦੇ ਭੰਡਾਰ ਦਾ ਕੰਮ ਵੀ ਕਰਦੀ ਹੈ। ਤੁਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹੇ ਹੋ ਸੇ ਦਾ ਨਿਯਮ ਹੈ ਜਾਂ ਪਰੰਪਰਾਵਾਦੀ ਇਹ ਮਾਡਲ ਹੈ, ਉਹਦੇ ਵਿੱਚ ਆਪਾਂ ਨੇ ਕੀ ਕਿਹਾ ਸੀ ਵੀ ਮੁਦਰਾ ਨੂੰ ਆਪਾਂ ਸਿਰਫ ਲੈਣ ਦੇਣ ਦੇ ਲਈ ਯੂਜ਼ ਕਰਾਂਗੇ, ਬਟ ਇਹਦੇ ਵਿੱਚ ਕੀ ਹੈ ਵੀ ਆਪਾਂ ਮੁਦਰਾ ਦੀ ਸੇਵਿੰਗ ਵੀ ਕਰ ਸਕਦੇ ਹਾਂ, ਠੀਕ ਹੈ। ਅੱਗੇ ਆਪਣੇ ਕੋਲ 3rd ਆ ਗਿਆ ਇਕੁਇਲਿਬ੍ਰੀਅਮ ਆਫ ਇਨਕਮ ਆਊਟਪੁੱਟ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ। ਮਤਲਬ ਆਪਾਂ ਇਨਕਮ ਆਊਟਪੁੱਟ ਅਤੇ ਇੰਪਲੋਇਮੈਂਟ ਦਾ ਇਕੁਇਲਿਬ੍ਰੀਅਮ ਮਤਲਬ ਉਸਦਾ ਡਿਟਰਮੀਨੇਸ਼ਨ ਹੈ ਜੋ ਕਰਕੇ ਦਿਖਾਉਣਾ ਹੈ। ਕਹਿੰਦੇ ਕੇਨਸ ਨੇ ਅਰਥ ਵਿਵਸਥਾ ਦੇ ਵਿੱਚ ਸੰਤੁਲਿਤ ਆਮਦਨ ਅਤੇ ਰੁਜ਼ਗਾਰ ਦੇ ਨਿਰਧਾਰਨ ਦੇ 2 ਅੰਤਰ ਸੰਬੰਧੀ ਦ੍ਰਿਸ਼ਟੀਕੋਣ ਪੇਸ਼ ਕੀਤੇ ਨੇ। ਇੱਕ ਤਾਂ ਆਪਣੇ ਕੋਲ ਕੁੱਲ ਮੰਗ ਅਤੇ ਕੁੱਲ ਪੂਰਤੀ ਦ੍ਰਿਸ਼ਟੀਕੋਣ ਹੈ, ਦੂਸਰਾ ਆਪਣੇ ਕੋਲ ਬੱਚਤ ਅਤੇ ਨਿਵੇਸ਼ ਦ੍ਰਿਸ਼ਟੀਕੋਣ ਹੈ। ਹੁਣ ਆਪਾਂ ਦੋਨਾਂ ਦੀ ਡਿਟੇਲ ਸ਼ੋਅ ਕਰਾਂਗੇ। ਪਹਿਲਾ ਕੁੱਲ ਮੰਗ ਕੁੱਲ ਪੂਰਤੀ ਦ੍ਰਿਸ਼ਟੀਕੋਣ, ਜਿਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੁੱਲ ਮੰਗ ਬਾਰੇ ਸਮਝਣਾ ਪਊਗਾ। ਕੁੱਲ ਮੰਗ ਆਪਣੇ ਕੋਲ ਕੀ ਹੁੰਦੀ ਹੈ ਕਿ 2 ਖੇਤਰੀ ਅਰਥ ਵਿਵਸਥਾ ਦੇ ਵਿੱਚ, ਕਿਉਂਕਿ ਆਪਾਂ ਬੰਦ ਅਰਥ ਵਿਵਸਥਾ ਲੈ ਰਹੇ ਹਾਂ ਇਹਦੇ ਵਿੱਚ, ਕਹਿੰਦੇ ਕੁੱਲ ਮੰਗ ਇੱਛਿਤ ਉਪਭੋਗ ਖਰਚਾ ਅਤੇ ਇੱਛਿਤ ਨਿਵੇਸ਼ ਖਰਚਾ ਦੇ ਯੋਗ ਹੁੰਦਾ, ਮਤਲਬ ਇਹਨਾਂ ਦਾ ਜੋੜ ਹੁੰਦਾ ਹੈ। AD ਇਜ਼ ਇਕੁਅਲ ਟੂ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ, ਠੀਕ ਹੈ। ਸੋ ਆਪਣੇ ਕੋਲ ਜੋ ਆਪਣੇ ਕੋਲ ਇਹਦੀ AD ਦੀ ਸਲੋਪ ਹੋਊਗੀ ਉਹ ਅਪਵਰਡ ਸਲੋਪਿੰਗ ਹੋਊਗੀ। ਜੋ ਕੁੱਲ ਮੰਗ ਦੀ ਸਲੋਪ ਹੋਊਗੀ ਉਹ ਆਪਾਂ ਕੀ ਲਵਾਂਗੇ, ਅਪਵਰਡ ਸਲੋਪਿੰਗ, ਕਹਿੰਦੇ ਭਾਵ ਥੱਲੇ ਤੋਂ ਉੱਪਰ ਵੱਲ ਨੂੰ ਹੋਊਗੀ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਐਗਰੀਗੇਟ ਸਪਲਾਈ ਜਾਂ ਫਿਰ ਆਊਟਪੁੱਟ, ਜਾਂ ਫਿਰ ਆਪਾਂ ਇਸ ਨੂੰ ਇਨਕਮ ਵੀ ਬੋਲ ਸਕਦੇ ਹਾਂ। ਕਹਿੰਦੇ ਕੁੱਲ ਉਤਪਾਦਨ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਰਾਸ਼ਟਰ ਦੇ ਨਿਯੋਜਿਤ ਉਤਪਾਦਨ ਨੂੰ ਦਰਸਾਉਂਦਾ ਹੈ। ਸੋ ਇੱਕ ਰਾਸ਼ਟਰ ਕਿੰਨਾ ਉਤਪਾਦਨ ਕਰੇਗਾ ਇਹ ਆਪਣੀ ਅਰਥ ਵਿਵਸਥਾ ਦੀ ਉਤਪਾਦਨ ਦੀ ਸਮਰੱਥਾ ਦੇ ਉੱਪਰ ਡਿਪੈਂਡ ਕਰਦਾ। ਟੈਕਨੀਕ ਹੈ ਉਹ ਆਪਾਂ ਕੌਂਸਟੈਂਟ ਲੈ ਰਹੇ ਹਾਂ। ਸੋ ਜ਼ਿਆਦਾ ਉਤਪਾਦਨ ਦਾ ਅਰਥ ਕੀ ਹੁੰਦਾ, ਉਤਪਾਦਨ ਦੇ ਸਾਧਨਾਂ ਦਾ ਜ਼ਿਆਦਾ ਪ੍ਰਯੋਗ, ਮਤਲਬ ਆਪਾਂ ਉਹਨਾਂ ਨੂੰ ਜ਼ਿਆਦਾ ਯੂਜ਼ ਕਰ ਰਹੇ ਹਾਂ, ਠੀਕ ਹੈ। ਇਹਦਾ ਮਤਲਬ ਕੀ ਹੈ ਵੀ ਕੁੱਲ ਮੰਗ ਨੂੰ ਪੂਰਾ ਕਰਨ ਦੇ ਲਈ ਆਪਾਂ ਉਤਪਾਦਨ ਨੂੰ ਵਧਾਉਣਾ ਹੈ, ਠੀਕ ਹੈ। ਤਾਂ ਕਹਿੰਦੇ ਕੁੱਲ ਮੰਗ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਉਤਪਾਦਨ ਪੂਰੀ ਤਰ੍ਹਾਂ ਲਚਕਦਾਰ ਹੋ ਜਾਂਦਾ, ਚੇਂਜੇਬਲ ਹੈ, ਠੀਕ ਹੈ। ਸੋ ਇਸ ਸਥਿਤੀ ਵਿੱਚ ਕੁੱਲ ਪੂਰਤੀ ਰਾਸ਼ਟਰੀ ਆਮਦਨ ਨਿਰਧਾਰਨ ਦਾ ਇੱਕ ਕਿਰਿਆਸ਼ੀਲ ਜਾਂ ਕਾਰਕ ਹੈ। ਸੋ ਕੁੱਲ ਮੰਗ ਜਾਂ ਕੁੱਲ ਖਰਚ ਸੰਤੁਲਿਤ ਰਾਸ਼ਟਰੀ ਆਮਦਨ ਦੇ ਨਿਰਧਾਰਨ ਦਾ ਇੱਕ ਕਿਰਿਆਸ਼ੀਲ ਤੱਤ ਹੈ। ਇਸ ਨੂੰ ਰਾਜੇ ਤੁਸੀਂ ਇਸ ਟੇਬਲ ਦੇ ਨਾਲ ਦੱਸ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ GDP, ਜਿਹਨੂੰ ਆਪਾਂ Y ਵੀ ਕਹਿ ਸਕਦੇ ਹਾਂ, ਠੀਕ ਹੈ, ਜਾਂ ਆਪਾਂ ਇਹਨੂੰ ਇਨਕਮ ਵੀ ਬੋਲ ਸਕਦੇ ਹਾਂ। ਆਪਣੇ ਕੋਲ ਕਿੰਨੀ ਹੈ 0 200 800 1000 2000 3000 3500 4000 6000 8000, ਬਟ ਆਪਾਂ ਸੀ ਦਾ ਫੰਕਸ਼ਨ ਸ਼ੋਅ ਕਰ ਰਹੇ ਹਾਂ। ਸੀ ਦਾ ਰਾਜੇ ਤੁਹਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ, ਸੀ ਕੰਜ਼ੰਪਸ਼ਨ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ, C ਇਜ਼ ਇਕੁਅਲ ਟੂ ਰਾਜੇ C0 ਪਲੱਸ BY। ਕਹਿਣ ਦਾ ਮਤਲਬ ਆਪਾਂ ਇਹਨੂੰ ਐਂ ਵੀ ਲਿਖ ਸਕਦੇ ਹਾਂ C ਬਾਰ ਪਲੱਸ BY, ਠੀਕ ਹੈ। B ਆਪਾਂ ਕਾਹਦੇ ਲਈ ਲੈ ਰਹੇ ਹਾਂ, MPC ਦੇ ਲਈ, ਠੀਕ ਹੈ। B ਹੈ ਬਾਰੇ ਜੇ ਆਪਾਂ MPC ਦੇ ਲਈ ਲੈ ਰਹੇ ਹਾਂ। C ਦਾ ਆਪਣੇ ਕੋਲੇ ਫਾਰਮੂਲਾ ਕੀ ਹੈ C0 ਪਲੱਸ BY, ਜਾਂ ਆਪਾਂ ਇਹਨੂੰ ਹੋਰ ਕੀ ਕਹਿ ਸਕਦੇ ਹਾਂ C ਬਾਰ ਪਲੱਸ BY। C ਬਾਰ ਆਪਣੇ ਕੋਲ ਕੀ ਹੁੰਦਾ, ਸੁਤੰਤਰ ਉਪਭੋਗ ਹੁੰਦਾ ਹੈ। C ਬਾਰ ਦਾ ਮਤਲਬ ਜਿਸ ਟਾਈਮ ਆਪਣੇ ਕੋਲ ਇਨਕਮ ਹੈ 0 ਹੁੰਦੀ ਹੈ, ਠੀਕ ਹੈ, ਉਹ ਆਪਣੇ ਕੋਲ ਕਿਹੜਾ ਮਤਲਬ ਕੰਡੀਸ਼ਨ ਹੁੰਦੀ ਹੈ C ਬਾਰ ਦੀ। C ਬਾਰ ਦਾ ਮਤਲਬ ਵੈਨ ਇਨਕਮ ਇਜ਼ 0 ਦੈਨ ਆਪਣੇ ਕੋਲ ਜੋ ਕੰਜ਼ੰਪਸ਼ਨ ਹੈ ਉਪਭੋਗ ਹੈ ਉਹ ਆਪਾਂ ਫਿਰ ਵੀ ਕੁਛ ਨਾ ਕੁਛ ਹੋ ਰਿਹਾ ਹੁੰਦਾ, ਠੀਕ ਹੈ। ਤੁਹਾਡੇ ਟੇਬਲ ਦੇ ਵਿੱਚ ਸਾਰਾ ਕੁਝ ਸ਼ੋਅ ਕੀਤਾ ਹੋਇਆ, ਤੁਹਾਨੂੰ ਉਹ ਵੀ ਦੱਸ ਰਹੀ ਹਾਂ ਮੈਂ। MPC ਦਾ ਮਤਲਬ ਆਪਾਂ MPC ਪੁੱਟ ਕਰਦੇ ਹਾਂ। MPC ਆਪਾਂ ਕਿੰਨੀ ਲੈ ਰਹੇ ਹਾਂ, ਇਹਦੀ ਤੁਹਾਡੇ 0.75 ਲਿੱਤੀ ਹੋਈ ਹੈ MPC, ਠੀਕ ਹੈ। Y ਦਾ ਮਤਲਬ ਆਪਾਂ ਇਨਕਮ ਦਾ ਲੈਵਲ ਪੁੱਟ ਕਰਾਂਗੇ, ਠੀਕ ਹੈ ਰਾਜੇ। ਇਹ ਤੁਸੀਂ ਸੋਲਵ ਕਰਕੇ ਖੁਦ ਦੇਖਣਾ ਹੈ, ਮੈਂ ਸਿਰਫ ਤੁਹਾਨੂੰ ਇੱਕ ਫਾਰਮੂਲਾ
ਸਮਝਾਏ ਹੈ ਤਾਂ ਕਿ ਤੁਹਾਨੂੰ ਥੋੜਾ ਜਿਹਾ ਸਮਝ ਆ ਜੇ। ਬੀ ਆਪਾਂ ਐਮਪੀਸੀ ਦੇ ਬਰਾਬਰ ਲੈ ਰਹੇ ਹਾਂ, ਸੀ ਦਾ ਫਾਰਮੂਲਾ ਹੁੰਦਾ C0 + BY, ਠੀਕ ਹੈ। ਜਾਂ ਆਪਾਂ ਇਹਨੂੰ ਐਂ ਵੀ ਲਿਖ ਸਕਦੇ ਹਾਂ C ਬਾਰ + BY। ਇਹ ਆਪਣੇ ਕੋਲ ਜੋ C ਬਾਰ ਦੀ ਕੰਡੀਸ਼ਨ ਹੈ ਕਿਸ ਟਾਈਮ ਹੋਊਗੀ, ਜਦੋਂ y = 0 ਦੇ ਹੋਊਗੀ, ਠੀਕ ਹੈ। ਮਤਲਬ ਜਦੋਂ ਆਪਣੇ ਕੋਲ ਇਨਕਮ ਹੈ 0 ਹੈ, ਠੀਕ ਹੈ ਰਾਜੇ। ਇਹ ਚੀਜ਼ ਹੁਣ ਤੁਸੀਂ ਪੁੱਟ ਕਰਕੇ ਦੇਖ ਸਕਦੇ ਹੋ, ਤੁਹਾਡੇ ਟੇਬਲ ਦੇ ਵਿੱਚ ਦੇਖੋ ਸ਼ੋ ਕੀਤਾ ਹੋਇਆ ਹੈ C = 75 + 0.75y। ਕਹਿਣ ਦਾ ਮਤਲਬ ਕੀ ਹੈ, C ਆਪਣੇ ਕੋਲ ਹੈਗਾ C ਬਾਰ ਦਾ ਮਤਲਬ ਜਦੋਂ ਆਪਣੀ ਇਨਕਮ ਦਾ ਲੈਵਲ 0 ਹੈ ਤਾਂ C ਬਾਰ ਆਪਣੇ ਕੋਲ 75 ਹੈ, ਦੇਖੋ ਤੁਹਾਡੇ ਟੇਬਲ ਦੇ ਵਿੱਚ ਸ਼ੋ ਕੀਤਾ ਹੋਇਆ ਹੈ, ਪਲੱਸ BY। B ਦਾ ਮਤਲਬ ਆਪਾਂ MPC ਲੈ ਰਹੇ ਹਾਂ, MPC ਆਪਣੇ ਕੋਲ ਕਿੰਨੀ ਹੈ 0.75, ਠੀਕ ਹੈ। Y ਦਾ ਲੈਵਲ ਤੁਸੀਂ ਪੁੱਟ ਕਰ ਲਓ 0, ਤਾਂ ਆਪਣੇ ਕੋਲ ਪਹਿਲਾ ਪੁਆਇੰਟ ਤਾਂ 75 ਹੈ, ਸੈਕਿੰਡ ਪੁਆਇੰਟ ਤੁਸੀਂ 200 ਪੁੱਟ ਕਰਕੇ ਦੇਖ ਸਕਦੇ ਹੋ। ਜੇ ਤੁਸੀਂ 200 ਪੁੱਟ ਕਰੋਗੇ ਤਾਂ 75 + 0.75 y ਦੀ ਜਗ੍ਹਾ ਤੁਸੀਂ 200 ਪੁੱਟ ਕਰ ਲਓਗੇ, ਠੀਕ ਹੈ। ਜਿਹਦੇ ਨਾਲ ਸਾਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਆ ਗਿਆ 225। ਉਸ ਤੋਂ ਬਾਅਦ ਬੇਟਾ ਤੁਸੀਂ y ਦੀ ਜਗ੍ਹਾ 'ਤੇ 800 ਪੁੱਟ ਕਰ ਲਓਗੇ, ਜਿਹਦੇ ਨਾਲ ਤੁਹਾਡੇ ਕੋਲ 675 ਆ ਗਿਆ। ਉਸ ਤੋਂ ਬਾਅਦ y ਦੀ ਜਗ੍ਹਾ 'ਤੇ 1000 ਪੁੱਟ ਕਰੋਗੇ, ਜਿਹਦੇ ਨਾਲ ਤੁਹਾਡੇ ਕੋਲ 825 ਆ ਗਿਆ। ਤੁਸੀਂ ਰਾਜੇ ਇਹ ਸਾਰਾ ਸੋਲਵ ਕਰਕੇ ਦੇਖ ਸਕਦੇ ਹੋ। C ਤੁਸੀਂ ਖੁਦ ਕੱਢ ਸਕਦੇ ਹੋ, ਸਿਰਫ ਤੁਸੀਂ ਇਹ ਇਕੁਏਸ਼ਨ ਯਾਦ ਰੱਖਣੀ ਹੈ ਵੀ C = 75 + 0.75y, ਠੀਕ ਹੈ। ਇਨਵੈਸਟਮੈਂਟ ਹੈ, ਆਪਾਂ ਕੌਂਸਟੈਂਟ ਲਵਾਂਗੇ, ਕਿੰਨੇ ਆਪਣੇ ਕੋਲ ਹਰ ਇੱਕ ਪੁਆਇੰਟ ਦੇ ਉੱਪਰ 800 800 800 ਹੈ। ਉਸ ਤੋਂ ਬਾਅਦ AE ਐਗਰੀਗੇਟ ਐਕਸਪੈਂਡੀਚਰ, ਜਾਂ ਤੁਸੀਂ ਇਹਨੂੰ AD ਕਹਿ ਸਕਦੇ ਹੋ, C + I, ਮਤਲਬ C ਅਤੇ I ਨੂੰ ਤੁਸੀਂ ਐਡ ਕਰ ਦਿਓ। ਦੇਖੋ ਕੁਛ ਨਹੀਂ ਆਪਾਂ ਨੇ ਯਾਦ ਕਰਨਾ, ਸਿਰਫ ਤੁਸੀਂ ਇਨਕਮ ਦਾ ਲੈਵਲ ਧਿਆਨ 'ਚ ਰੱਖਣਾ ਹੈ, ਜਾਂ C ਦਾ ਆਪਾਂ ਇਕੁਏਸ਼ਨ ਯਾਦ ਰੱਖਣੀ ਹੈ। AD ਕੱਢ ਸਕਦੇ ਹੋ ਹੁਣ ਤੁਸੀਂ, 800 + 75, 875 ਆ ਗਿਆ, 225 + 800 1025 ਆ ਗਿਆ, ਠੀਕ ਹੈ। 675 + 800 1475 ਆ ਗਿਆ। ਇਸ ਟਾਈਪ ਨਾਲ ਤੁਸੀਂ ਐਡ ਕਰਕੇ ਸਾਰਾ ਤੁਸੀਂ AD ਜਾਂ AE ਕੱਢ ਲਓਗੇ, ਠੀਕ ਹੈ। ਇਹਨਾਂ ਦਾ ਜੋ ਇਕੁਇਲਿਬਰੀਅਮ ਹੈ, ਕਿਹਦੇ ਆਪਾਂ ਇਕੁਇਲਿਬਰੀਅਮ ਸ਼ੋ ਕਰ ਰਹੇ ਹਾਂ, y ਦਾ ਮਤਲਬ ਆਪਾਂ ਇਹਨੂੰ AS ਵੀ ਕਹਿ ਸਕਦੇ ਹੁੰਦੇ ਹਾਂ, ਐਗਰੀਗੇਟ ਸਪਲਾਈ, ਜਾਂ Y ਕਹਿ ਸਕਦੇ ਹਾਂ, ਜਾਂ GDP ਕਹਿ ਸਕਦੇ ਹਾਂ। ਇਹ ਆਪਣੇ ਕੋਲ AD ਜਾਂ AE ਦੇ ਇਕੁਅਲ ਹੋਣਾ ਚਾਹੀਦਾ, ਤਾਂ ਕਿਹੜੇ ਪੁਆਇੰਟ ਦੇ ਇਕੁਅਲ ਹੈ 3500 3500, ਇੱਥੇ ਆਪਣੇ ਕੋਲ ਇਨਕਮ ਬਰਾਬਰ ਹੈ AE ਦੇ, AD ਦੇ ਬਰਾਬਰ ਹੈ। ਇਸ ਤੋਂ ਉੱਪਰ ਵਾਲਾ ਜੋ ਲੈਵਲ ਹੈ ਉਹ ਆਪਣੇ ਕੋਲ ਕੀ ਹੈ, y > AE। ਇਸ ਤੋਂ ਉੱਪਰ ਵਾਲੇ ਲੈਵਲ ਤੋਂ ਜੋ ਇਨਕਮ ਹੈ ਉਹ ਲੈਸ ਦੈਨ ਹੈ, ਠੀਕ ਹੈ। ਕਿਹਦੇ ਨਾਲੋਂ, ਐਗਰੀਗੇਟ ਡਿਮਾਂਡ ਦੇ ਨਾਲੋਂ। ਇਸ ਤੋਂ ਜੋ ਨੀਚੇ ਵਾਲਾ ਲੈਵਲ ਹੈ ਉਹ ਆਪਣੇ ਕੋਲ ਕੀ ਸ਼ੋ ਕਰ ਰਿਹਾ, ਇਨਕਮ > AE, ਇਨਕਮ ਹੈ AE ਤੋਂ ਗ੍ਰੇਟਰ ਹੈ, ਠੀਕ ਹੈ ਨਾ ਜੀ। ਬਿਲਕੁਲ ਸੇਮ ਜੋ ਆਪਣੇ ਕੋਲ ਟੇਬਲ ਹੈ, ਹੁਣ ਆਪਾਂ ਇਸ ਦੀ ਡਾਇਗਰਾਮ ਵੀ ਸ਼ੋ ਕਰਨੀ ਹੈ, ਠੀਕ ਹੈ। ਡਾਇਗਰਾਮ ਹੈ, ਦੇਖੋ ਡਾਇਗਰਾਮ ਵਿੱਚ ਬਣੀ ਹੋਈ ਤੁਹਾਡੇ ਕੋਲ OX ਦੇ ਉੱਪਰ ਆਪਾਂ GDP ਜਾਂ Y ਦਾ ਲੈਵਲ ਜਾਂ ਇਨਕਮ ਦਾ ਲੈਵਲ ਲੈ ਰਹੇ ਹਾਂ, OY ਦੇ ਉੱਪਰ ਆਪਾਂ ਕੀ ਲੈ ਰਹੇ ਹਾਂ, ਐਗਰੀਗੇਟ ਐਕਸਪੈਂਡੀਚਰ ਜਾਂ ਐਗਰੀਗੇਟ ਡਿਮਾਂਡ ਕਹਿ ਲਓ ਇਹਨੂੰ, ਠੀਕ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਜੋ 45 ਡਿਗਰੀ ਦੇ ਕੋਣ ਦੇ ਉੱਪਰ ਲਾਈਨ ਬਣੀ ਹੋਈ ਹੈ Y ਦੀ, ਜਾਂ ਤੁਸੀਂ ਰਾਜੇ ਜਿਵੇਂ ਟੇਬਲ ਹੈ ਇਹਨੂੰ ਦੇਖ ਕੇ ਵੀ ਬਣਾ ਸਕਦੇ ਹੋ, ਸੇਮ ਹੀ ਬਣੂਗੀ ਤੁਹਾਡੇ ਕੋਲ AE ਜਾਂ Y ਦੀ ਆਪਣੇ ਕੋਲ ਲਾਈਨ, ਜਾਂ ਆਪਾਂ ਇਹਨੂੰ AS ਵੀ ਕਹਿ ਸਕਦੇ ਹਾਂ, ਠੀਕ ਹੈ। ਔਰ ਸੈਕਿੰਡ ਜੋ ਆਪਣੇ ਕੋਲ ਲਾਈਨ ਬਣ ਰਹੀ ਹੈ AE = C + I ਲਿਖਿਆ, ਜਿਹੜੀ ਇਹ ਵਾਲੀ ਕਰਵ ਬਣ ਰਹੀ ਹੈ ਆਪਣੇ ਕੋਲ, ਜਾਂ ਤੁਸੀਂ ਆਪਾਂ ਇਹਨੂੰ AD ਵੀ ਕਹਿ ਸਕਦੇ ਹਾਂ, ਠੀਕ ਹੈ। E ਪੁਆਇੰਟ ਦੇ ਉੱਪਰ ਇਕੁਇਲਿਬਰੀਅਮ ਹੈ, ਜਿੱਥੇ ਆਪਣੇ ਕੋਲ ਟੇਬਲ ਦੇ ਵਿੱਚ 3500 3500 ਬਰਾਬਰ ਆਇਆ ਸੀ, ਠੀਕ ਹੈ। ਉਸ ਤੋਂ ਪਹਿਲਾਂ ਵਾਲਾ ਲੈਵਲ ਜੋ B ਤੱਕ ਸ਼ੋ ਕਰ ਰਹੇ ਹਾਂ ਆਪਾਂ, ਜਿਸ ਟਾਈਮ ਆਪਣੀ ਇਨਕਮ ਹੈ O ਤੋਂ ਲੈ ਕੇ M ਤੱਕ ਹੈ, ਇਹ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਜੋ ਆਪਣੇ ਕੋਲ AE ਹੈ ਉਹ ਗ੍ਰੇਟਰ ਦੈਨ ਹੈ ਕਿਹਦੇ ਨਾਲੋਂ, Y ਦੇ ਨਾਲੋਂ, ਠੀਕ ਹੈ। ਔਰ E ਲੈਵਲ ਤੋਂ ਬਾਅਦ ਵਾਲਾ ਲੈਵਲ ਹੈ ਜੋ O ਤੋਂ ਲੈ ਕੇ N ਪੁਆਇੰਟ ਤੱਕ ਸ਼ੋ ਹੋ ਰਿਹਾ ਹੈ, ਉਹ ਆਪਾਂ ਨੂੰ ਕੀ ਦੱਸ ਰਿਹਾ ਹੈ ਵੀ ਇੱਥੇ ਆਪਣੇ ਕੋਲ ਜੋ ਐਗਰੀਗੇਟ ਡਿਮਾਂਡ ਹੈ ਉਹ ਲੈਸ ਦੈਨ ਹੈ Y ਨਾਲੋਂ, ਠੀਕ ਹੈ। ਤਿੰਨੇ ਇਕੁਇਲਿਬਰੀਅਮ ਨੇ, ਤੁਹਾਡੀ ਬੁੱਕ ਦੇ ਵਿੱਚ ਬਿਲਕੁਲ ਡਿਟੇਲ ਲਿਖੀ ਹੋਈ ਹੈ, ਤੁਸੀਂ ਇੱਕ ਵਾਰੀ ਰੀਡ ਕਰਕੇ ਸਾਰਾ ਦੇਖ ਸਕਦੇ ਹੋ, ਠੀਕ ਹੈ। ਇੱਕ ਵਾਰ ਬਸ ਇਹ ਡਾਇਗਰਾਮ ਟੇਬਲ ਤੋਂ ਬਾਅਦ ਸਿੱਧਾ ਤੁਸੀਂ ਡਾਇਗਰਾਮ ਬਣਾਉਣੀ ਹੈ ਔਰ ਡਾਇਗਰਾਮ ਦੀ ਡਿਟੇਲ ਦੱਸਣੀ ਹੈ, ਠੀਕ ਹੈ ਰਾਜੇ। ਉਸ ਤੋਂ ਨੈਕਸਟ ਜੋ ਤੁਹਾਡੇ ਕੋਲ ਆ ਗਿਆ ਉਹ ਕੀ ਆ ਗਿਆ, ਸੰਤੁਲਿਤ GDP ਨਿਰਧਾਰਨ ਕਰਨਾ ਹੈ ਤੁਸੀਂ ਇੱਕ ਸਮੀਕਰਨ ਦੇ ਰਾਹੀਂ। ਸਮੀਕਰਨ ਆਪਣੇ ਕੋਲ ਕੀ ਹੈ, AE = C + I। C ਦਾ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ,
अल्फ़ा प्लस बीटा वाई, ठीक है, अल्फ़ा प्लस बीटा वाई। जो ਆਪਾਂ अल्फ़ा है ये ਤੁਸੀਂ ਹੁਣ ਕਾਹਦੇ ਲਈ ਲੈ ਰਹੇ ਹੋ, ਦੇਖੋ ਜੀ ਜੋ ਸੀ ਬਾਰ ਹੈ ਇਹ ਆਪਣੇ ਕੋਲ ਅਲਫਾ ਦੇ ਇਕੁਅਲ ਹੁੰਦੀ ਹੈ, ਠੀਕ ਹੈ। ਜੋ ਆਪਾਂ ਬੀਟਾ ਲੈ ਰਹੇ ਆ ਇਹਦਾ ਮਤਲਬ ਹੁੰਦਾ ਬੀ, ਬੀ ਆਪਾਂ ਕਾਹਦੇ ਲਈ ਲੈ ਰਹੇ ਆ, ਐਮ ਪੀ ਸੀ ਦੇ ਲਈ। ਕਹਿੰਦਾ ਮਤਲਬ ਬੀਟਾ ਬਰਾਬਰ ਹੈ ਬੀ ਦੇ ਹੁੰਦਾ, ਬੀ ਆਪਾਂ ਕਾਹਦੇ ਲਈ ਲੈ ਰਹੇ ਆ, ਐਮ ਪੀ ਸੀ ਦੇ ਲਈ। ਸੋ ਸੀ ਦਾ ਆਪਣੇ ਕੋਲੇ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਕੀ ਦੱਸਿਆ, ਸੀ ਬਾਰ ਪਲੱਸ ਬੀ ਵਾਈ। ਸੋ ਜਿਹੜੀ ਸੀ ਬਾਰ ਹੈ ਉਹ ਆਪਾਂ ਅਲਫਾ ਲੈ ਰਹੇ ਆ, ਠੀਕ ਹੈ, ਪਲੱਸ ਬੀ ਨੂੰ ਆਪਾਂ ਕੀ ਲੈ ਰਹੇ ਆ, ਬੀਟਾ, ਬੀਟਾ ਵਾਈ। ਸੋ ਤੁਹਾਡੇ ਕੋਲ ਸੀ ਦਾ ਕੀ ਇਕੁਏਸ਼ਨ ਬਣ ਗਈ, ਸੀ ਇਜ਼ ਇਕੁਅਲ ਟੂ ਅਲਫਾ ਪਲੱਸ ਬੀਟਾ ਵਾਈ, ठीक है राजे, समझ रहे हो ना। सी बार है अपने को अल्फा के इक्वल है और बीटा अपने को बी के इक्वल है, बी आप लै रहे हैं एम पी सी के लिए। सो सी का अपने को फॉर्मूला की है, मतलब ये इक्वेशन की है, सी बार प्लस बी वाई। सो सी अपने को इक्वल आ गई, अल्फा प्लस बीटा वाई के इक्वल आ गई, ठीक है राजे। ये दोनों एवं एक्सप्लेन करके दस रहे हैं ये। सो सी का अपने को फॉर्मूला की बन गया अल्फा प्लस बीटा वाई। सो अपने को जो संतुलन की कंडीशन होंगी है वो वाई इज़ इक्वल टू ए ई दे होंगी है, ठीक है। सो वाई का अपने को फार्मूला की है, अपने को सी प्लस आई, ठीक है, क्योंकि आप संतुलन की कंडीशन दिखा ली। वैसे देखो रहे तो को संतुलन की जो कंडीशन होंगी है वो अपने को होंगी है, संतुलन की जो बेटा अपने को कंडीशन होंगी है वो होंगी है एग्रीगेट डिमांड इज़ इक्वल टू एग्रीगेट सप्लाई, ठीक है। एग्रीगेट सप्लाई नू है ए ई कह लो चाहे वाई कह लो, ए ई का मतलब एग्रीगेट डिमांड, ए एस का मतलब वाई, ठीक है। और जो अपने को एग्रीगेट डिमांड का फॉर्मूला है वो हैगा सी प्लस आई, ठीक है जी। सो अपने को वाई है ए एस के बराबर है। सो अगर आप लै रहे हैं भी एग्रीगेट डिमांड इज़ इक्वल टू एग्रीगेट सप्लाई, इक्विलिब्रियम की कंडीशन है। सो एग्रीगेट डिमांड का अपने को फार्मूला है सी प्लस आई, ए एस नूं आपां वाई लै रहे हैं, ठीक है। सो अपने को की बन गया है, अपने को की बन गया रजे ये वाई इज़ इक्वल टू सी प्लस आई बन गया, ठीक है। सी दी बेटा तुसी जो इक्वेशन तुसी पीछे लिखी है वो पुट कर दो, अल्फा प्लस बीटा वाई प्लस आई, ठीक है। आई के लिए आप की लवांगे, स्वतंत्र निवेश लै लाँगे जिन्हों आप आई जीरो लिख दें। सो वाई वाले आप एक साइड पर कढ़ ले, वाई माइनस बीटा वाई इज़ इक्वल टू अल्फा प्लस प्लस आई। उस तो बाद आपने की किया, इधरों वाई कॉमन लै ली, वाई इज़ इक्वल टू 1 माइनस बीटा इज़ इक्वल टू अल्फा प्लस आई जीरो, ठीक है जी। लास्ट के उपर तुहाडे कोल की बन गया, तो तुसीं वाई की वैल्यू कढ़ सकते हो। वाई की वैल्यू अपने को की आ गई फिर अल्फा प्लस आई जीरो अपॉन 1 माइनस बीटा। ओके राजे, बिल्कुल ईजी इक्वेशन है और बिल्कुल ईजीली समझ भी आ रही है, ठीक है जी। सो नैक्सट जो अपने को आ गया बचत निवेश दृष्टिकोण, सेविंग इन्वेस्टमेंट अप्रोच। ये बिल्कुल ईजी है। सेविंग इन्वेस्टमेंट अप्रोच अपने को की दस रही है, कहते एस इज़ इक्वल टू आई होंगे संतुलन की अवस्था च, ठीक है। सो मतलब ए इज़ इक्वल टू सी प्लस आई होंगे अपने को, वाई का फॉर्मूला की होंगे सी प्लस एस। दोनों आप एक दूसरे के सामने लिख सकते हैं, सी प्लस एस इज़ इक्वल टू सी प्लस आई। सी नाल सी कैंसल हो गया, की रह गया अपने को एस इज़ इक्वल टू आई। कहता मतलब बचत ते निवेश में आप समान करके दिखाया भी बचत ते निवेश किस टाइप नाल समान ने, ठीक है। बट जो इन्होंने क्लासिकल व्यू दिता होया इहदा भी जो सेविंग है ये फंक्शन की रेट ऑफ इंटरस्ट का, ठीक है। भी अगर रेट ऑफ इंटरस्ट वधदा तो सेविंग वध जाती है, रेट ऑफ इंटरस्ट घटदा तो सेविंग घट जाती है। बट जो इन्वेस्टमेंट है वो भी फंक्शन है रेट ऑफ इंटरस्ट का, बट इन्हों का इनवर्स रिलेशन है। अगर रेट ऑफ इंटरस्ट घट जाता तो इन्वेस्टमेंट वध जाती है, अगर रेट ऑफ इंटरस्ट वध जाता तो अपने को इन्वेस्टमेंट जी घट जाती है, ठीक है। ये परंपरावादी मॉडल के अकॉर्डिंग दिता है तुहानूं, बट एवें नहीं लिया जा सकता। एक्चुअल दे विच जो रेट ऑफ इंटरस्ट है वो इनकम के उपर डिपेंड करती होंगी है, ठीक है। जो इन्वेस्टमेंट है
ਉਹ ਕਿਤੇ ਡਿਪੈਂਡ ਕਰਦੀ ਹੁੰਦੀ ਆਪਣੇ ਕੋਲੇ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਦੇ ਉੱਪਰ। ਠੀਕ ਹੈ, ਚਲੋ ਕੋਈ ਗੱਲ ਨਹੀਂ, ਇਹ ਆਪਾਂ ਪਰੰਪਰਾਗਤ ਦ੍ਰਿਸ਼ਟੀਕੋਣ ਦੱਸ ਰਹੇ ਸੀ। ਇਹਦੇ ਵਿੱਚ ਕੀ ਹੈ, ਅਗਰ ਸੇਵਿੰਗ ਹੈ ਕਹਿੰਦੇ ਇਨਵੈਸਟਮੈਂਟ ਤੋਂ ਗ੍ਰੇਟਰ ਹੋ ਜਾਂਦੀ ਹੈ। ਠੀਕ ਹੈ, ਵੀ ਨਿਵੇਸ਼ ਦੀ ਦਰ ਸੇਵਿੰਗ ਹੈ ਜਿਹੜੀ ਆਪਣੇ ਕੋਲ ਇਨਵੈਸਟਮੈਂਟ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਹਦਾ ਮਤਲਬ ਕੀ ਹੈ, ਕਹਿੰਦੇ ਵਿਆਜ ਦੀ ਦਰ ਘਟਾ ਦਿੱਤੀ ਜਾਊਗੀ, ਜਿਹਦੇ ਨਾਲ ਬੱਚਤ ਘਟ ਜੂਗੀ। ਬੱਚਤ ਘਟ ਕੇ ਆਪਣੇ ਆਪ ਇਨਵੈਸਟਮੈਂਟ ਦੇ ਬਰਾਬਰ ਹੋ ਜੂਗੀ। ਹੁਣ ਜੇ ਸੇਵਿੰਗ ਲੈਸ ਦੈਨ ਹੋਊਗੀ ਇਨਵੈਸਟਮੈਂਟ ਤੋਂ, ਵਿਆਜ ਦਰ ਵਧਾ ਦਿੱਤੀ ਜਾਊਗੀ, ਤਾਂ ਆਪਣੇ ਆਪ ਹੀ ਜੋ ਸੇਵਿੰਗ ਹੈ ਵੱਧ ਕੇ ਇਨਵੈਸਟਮੈਂਟ ਦੇ ਬਰਾਬਰ ਹੋ ਜੂਗੀ। ਬਟ ਕੇਨਜ਼ ਨੇ ਇਸ ਚੀਜ਼ ਦਾ ਖੰਡਨ ਕੀਤਾ ਹੋਇਆ ਹੈ। ਦੇਖੋ ਲਿਖਿਆ ਹੋਇਆ ਹੈ, ਕਹਿੰਦੇ ਬੱਚਤ ਹੈ ਜਿਹੜੀ ਉਹ ਵਿਆਜ ਦੀ ਦਰ ਦਾ ਫਲਨ ਨਹੀਂ, ਸਗੋਂ ਇਨਕਮ ਦਾ ਫਲਨ ਹੈ। ਔਰ ਜੋ ਇਨਵੈਸਟਮੈਂਟ ਹੈ ਉਹ ਰੇਟ ਆਫ ਇੰਟਰਸਟ ਦਾ ਫਲਨ ਨਹੀਂ, ਸਗੋਂ MEC ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਦਾ ਫਲਨ ਹੈ। ਠੀਕ ਹੈ, ਜਿਹਦੇ ਕਰਕੇ ਇਹਨੂੰ ਗਲਤ ਸਾਬਿਤ ਕੀਤਾ ਹੋਇਆ ਹੈ। ਅੱਗੇ ਤੋਂ ਨਿਯੋਜਿਤ ਬੱਚਤ ਨਿਵੇਸ਼ ਦਿੱਤੇ ਹੋਏ ਨੇ, ਐਕਸਾਂਟ ਸੇਵਿੰਗ ਐਂਡ ਇਨਵੈਸਟਮੈਂਟ। ਕਈ ਵਾਰ ਤੁਹਾਨੂੰ ਸ਼ਾਰਟ ਕੁਐਸਚਨ ਆ ਜਾਂਦਾ ਹੈ, ਲੌਂਗ ਦੇ ਵਿੱਚ ਤਾਂ ਲਿਖਣ ਦੀ ਜ਼ਰੂਰਤ ਨਹੀਂ। ਐਕਸਾਂਟ ਸੇਵਿੰਗ ਕਿਹੜੀ ਹੁੰਦੀ ਹੈ? ਐਕਸਾਂਟ ਦਾ ਮਤਲਬ ਨਿਯੋਜਿਤ ਦਾ ਮਤਲਬ ਹੁੰਦਾ ਪਹਿਲਾਂ ਤੋਂ ਹੀ, ਮਤਲਬ ਪਹਿਲਾਂ ਤੋਂ ਹੀ ਜੋ ਆਪਣੇ ਪਲੈਨਿੰਗ ਕੀਤੀ ਹੋਈ ਹੈ। ਇਹ ਯੋਜਨਾ ਦੇ ਦੌਰਾਨ ਜਿਹੜੀ ਆਪਣੇ ਕੋਲ ਬੱਚਤ ਹੋਊਗੀ ਉਹ ਆਪਣੇ ਕੋਲ ਨਿਯੋਜਿਤ ਬੱਚਤ ਹੋਊਗੀ, ਔਰ ਯੋਜਨਾ ਦੇ ਦੌਰਾਨ ਜਿਹੜਾ ਨਿਵੇਸ਼ ਹੁੰਦਾ ਉਹ ਆਪਣੇ ਕੋਲ ਨਿਯੋਜਿਤ ਨਿਵੇਸ਼ ਹੁੰਦਾ। ਕਹਿਣ ਦਾ ਮਤਲਬ ਜੋ ਐਕਚੁਅਲ ਦੇ ਵਿੱਚ ਹਾਲੇ ਆਪਾਂ ਬੱਚਤ ਜਾਂ ਨਿਵੇਸ਼ ਨਹੀਂ ਕੀਤੀ, ਸਿਰਫ ਹਾਲੇ ਪਲੈਨਿੰਗ ਹੈ, ਉਹ ਆਪਣੇ ਕੋਲ ਐਕਸਾਂਟ ਸੇਵਿੰਗ ਅਤੇ ਇਨਵੈਸਟਮੈਂਟ ਹੋਊਗੀ। ਨੈਕਸਟ ਆਪਣੇ ਕੋਲ ਅਸਲ ਬੱਚਤ ਅਤੇ ਅਸਲ ਨਿਵੇਸ਼ ਆ ਜਾਂਦਾ, ਐਕਸ ਪੋਸਟ ਸੇਵਿੰਗ ਅਤੇ ਐਕਸ ਪੋਸਟ ਇਨਵੈਸਟਮੈਂਟ। ਇਹ ਕਦੋਂ ਹੁੰਦੀ ਹੈ? ਜੋ ਐਕਚੁਅਲ ਦੇ ਵਿੱਚ ਆਪਾਂ ਕਰਤਾ। ਕਹਿਣ ਦਾ ਮਤਲਬ ਬਾਅਦ ਦੀ ਗੱਲ ਕਰ ਰਹੇ ਨੇ, ਆਫਟਰਵਰਡਸ, ਬਾਅਦ ਦੇ ਵਿੱਚ। ਠੀਕ ਹੈ, ਕਹਿਣ ਦਾ ਮਤਲਬ ਕਿ ਜੋ ਪਹਿਲਾਂ ਆਪਾਂ ਪਲੈਨਿੰਗ ਕੀਤੀ ਹੋਈ ਸੀ, ਐਕਚੁਅਲ ਦੇ ਵਿੱਚ ਜੋ ਬੱਚਤ ਆਪਾਂ ਨੇ ਕਰਤੀ ਉਹ ਆਪਣੇ ਕੋਲ ਅਸਲ ਬੱਚਤ ਹੈ। ਠੀਕ ਹੈ, ਐਕਸ ਪੋਸਟ ਸੇਵਿੰਗ ਹੈ। ਔਰ ਅਸਲ ਦੇ ਵਿੱਚ ਜੋ ਆਪਾਂ ਨਿਵੇਸ਼ ਪਲੈਨਿੰਗ ਤੋਂ ਬਾਅਦ, ਜੋ ਆਪਾਂ ਪਲੈਨਿੰਗ ਪਹਿਲਾਂ ਬਣਾਈ ਹੋਈ ਸੀ, ਅਸਲ ਦੇ ਵਿੱਚ ਜੋ ਆਪਾਂ ਨਿਵੇਸ਼ ਉਸ ਟਾਈਮ ਕਰਤਾ ਆਪਣੀ ਇੱਛਾ ਦੇ ਅਕੋਰਡਿੰਗ, ਠੀਕ ਹੈ, ਉਹ ਕੀ ਹੋਊਗਾ? ਐਕਸ ਪੋਸਟ ਇਨਵੈਸਟਮੈਂਟ। ਠੀਕ ਹੈ ਰਾਜੇ, ਸੋ ਇੱਥੋਂ ਤੱਕ ਦਾ ਤੁਸੀਂ ਟੌਪਿਕ ਹੈ ਜੋ ਕੰਪਲੀਟ ਕਰ ਲਿਓ ਬੇਟਾ, ਇੰਨਾ ਕੁ ਰੀਡ ਕਰ ਲਿਓ। ਓਕੇ ਬੇਟਾ।